ਜਿਹੜੀ ਨੌਜਵਾਨੀ ਹੈ ਨਾ ਇਹ ਇੱਕ ਜੋਸ਼ ਹੁੰਦਾ ਐਗਜ਼ੂਬਰੈਂਸ ਹੁੰਦੀ ਪਰ ਅੱਜ ਜਿਹੜੀ ਪੰਜਾਬ ਵਿੱਚ ਨੌਜਵਾਨੀ ਉਹਦੀ ਐਗਜ਼ੂਬਰੈਂਸ ਹੈਗੀ ਹੈ ਜੋਸ਼ ਹੈਗਾ ਪਰ ਉਹ ਖਾਲੀਪਨ ਕਦੀ ਉਹ ਗੈਂਗਸਟਰਿਜ਼ਮ ਵੱਲ ਦੇਖਦੇ ਆ ਕਿ ਸ਼ਾਇਦ ਬਰਵਾਡੋ ਕਲਚਰ ਨਾਲ ਜੋ ਮੂਸੇ ਵਾਲਿਆ ਜਾਂ ਹੋਰ ਗਾਣੇ ਵਾਲਿਆਂ ਨੇ ਭਰਿਆ ਵੱਡੀਆਂ ਕਾਰਾਂ ਵੱਡੀਆਂ ਗੰਨਾਂ ਲੇਡੀਜ਼ ਨਾਲ ਫਲਰਟ ਕਰਨਾ 51% ਪਲੱਸ ਜਿਹੜਾ ਯੂਥ ਆ ਉਹ ਡਰੱਗ ਐਡਿਕਟ ਆ। ਮੈਂ ਹੁਣ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਹਿਣਾ ਹੁੰਦਾ ਕਿ ਕਿਰਪਾਨ ਚੱਕ ਤਾਂ ਲਈ ਆ ਕਿਰਪਾਨ ਦੀ ਅਹਿਮੀਅਤ ਸਮਝ ਲਓ। ਮੈਂ ਸਿੰਬਲਿਜ਼ਮ ਦੀ ਸਿਆਸਤ ਨਹੀਂ ਕਰਦਾ, ਮੈਂ ਕਰਦਾ ਹੈਗਾ ਆਪਣੇ ਵਰਡਸ ਦੀ ਸਿਆਸਤ, ਆਪਣੇ ਵਿਚਾਰਾਂ ਦੀ ਸਿਆਸਤ। ਕੀ ਆਪਣੇ 1849 ਭੁੱਲ ਗਏ? ਕੀ ਆਪਣੇ ਆਸਰੋ ਪਿੰਡ 'ਚ ਖੜਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਝੰਡਾ ਭੁੱਲ ਗਏ ਜਿਹਦੇ 'ਤੇ ਲਿਖਿਆ ਹੋਇਆ ਸਰਕਾਰੇ ਖਾਲਸਾ ਅਕਾਲ ਸਾਹਿਬ? ਭਗਵੰਤ ਮਾਨ ਕਿਸਾਨ ਦਾ ਪੁੱਤ ਆ, ਇਹ ਵੱਟਾਂ 'ਤੇ ਪਲਿਆ, ਇਹਨੂੰ ਆਪਣੀਆਂ ਵੱਟਾਂ ਪਛਾਣਨੀਆਂ ਚਾਹੀਦੀਆਂ। ਜੇ ਜਿਨ੍ਹਾਂ ਦੇ ਐਡਵਾਈਜ਼ਰ ਜੇਲ੍ਹ 'ਚ ਨੇ, ਜਿਨ੍ਹਾਂ ਦੇ ਆਪ ਦੇ ਜੇਲ੍ਹ ਮੰਤਰੀ ਜੇਲ੍ਹ 'ਚ ਨੇ, ਜਿਨ੍ਹਾਂ ਦੀ ਜੇਲ੍ਹ ਵਿੱਚੋਂ ਇਹ ਕੌਨਸਪੀਰੇਸੀਜ਼ ਰਚੀਆਂ ਗਈਆਂ ਕਿ ਮੂਸੇ ਵਾਲੇ ਵਰਗੇ ਨੂੰ ਕਤਲ ਕਰ ਦਿੱਤਾ ਗਿਆ, ਉਸ ਜੇਲ੍ਹ ਦੇ ਪ੍ਰਸ਼ਾਸਨ, ਉਸ ਦਿੱਲੀ ਦੇ ਮਾਡਲ ਬਾਰੇ ਮੇਰਾ ਖਿਆਲ ਭਗਵੰਤ ਮਾਨ ਨੂੰ ਸਟੱਡੀ ਕਰਨਾ ਚਾਹੀਦਾ। ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ ਜੋ ਇਹਨਾਂ ਨੇ ਕੱਲ੍ਹ ਚਾਰਜਸ਼ੀਟ ਫਾਈਲ ਕੀਤੀ ਆ ਕਿ ਇਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੈਠ ਕੇ ਕੌਨਸਪੀਰੇਸੀ ਰਚੀ ਗਈ। ਮੈਂ ਕੋਈ ਮੂਸੇ ਵਾਲੇ ਨੂੰ ਇੰਡੋਰਸ ਨਹੀਂ ਕਰਦਾ, ਉਹਨੇ ਵਾਇਲੈਂਸ ਦਾ ਕਲਚਰ ਵਰਤਿਆ, ਅਲਟੀਮੇਟਲੀ ਹੀ ਪੇਡ ਫॉर ਇਟ, ਜੋ ਕਿ ਨਹੀਂ ਸੀ ਹੋਣਾ ਚਾਹੀਦਾ। ਇੰਡੀਅਨ ਸਟੇਟ ਦੇ ਨੈਰੇਟਿਵ ਨੇ ਸਾਨੂੰ ਪੰਜਾਬ ਨੂੰ ਇਸ ਤਰ੍ਹਾਂ ਉਲਝਾਇਆ। ਉਹ ਤਾਂ 1832 ਦੀ ਗੱਲ ਕਰਦੇ, ਸਾਡਾ ਤਾਂ 1849 'ਚ ਪੰਜਾਬ ਦਾ ਰਾਜ ਗਿਆ। ਸਾਡੇ ਜਿਹੜੀ ਅੱਗੇ ਲੀਡਰਸ਼ਿਪ ਆਈ ਕਦੀ ਉਹਨਾਂ ਨੂੰ ਟੋਕੂ ਵਾਂਗੂ ਸੋਚ ਆਈ ਨਹੀਂ ਆਈ। ਉਹਨਾਂ ਦੀ ਕੀ ਸੋਚ ਆਈ ਅਕਾਲੀ ਦਲ ਦੀ ਜਾਂ ਜੋ ਚੀਫ ਖਾਲਸਾ ਦੀਵਾਨ ਜੋ ਵਾਟ ਐਵਰ ਜੋ ਆਏ, ਉਹਨਾਂ ਦੀ ਕੀ ਸੋਚ ਆਈ ਵੀ ਗੁਰਦੁਆਰਿਆਂ ਦੇ ਗੋਲਕਾਂ 'ਤੇ ਕਬਜ਼ਾ ਕਰ। ਇੱਕ ਪਾਸੇ ਸੀ ਸੰਤ ਹਰਚੰਦ ਸਿੰਘ ਲਾਂਗੋਵਾਲ ਜਿਨ੍ਹਾਂ ਨੂੰ ਇਹ ਆਪਣਾ ਸ਼ਹੀਦ ਮੰਨਦੇ ਆ, ਮੈਂ ਨਹੀਂ ਮੰਨਦਾ, ਕਿਉਂਕਿ ਜੇ ਆਪਾਂ ਸੰਦਰਭ 'ਚ ਦੇਖੀਏ ਜੋ ਲਾਂਗੋਵਾਲ ਅਕੋਰਡ ਕਰਕੇ ਆਇਆ ਸੀ ਉਹ ਪੰਜਾਬ ਦੀ ਅਣਖ ਨੂੰ, ਸਿੱਖ ਕੌਮ ਦੀ ਪ੍ਰਾਈਡ ਨੂੰ, ਉਹਨਾਂ ਦੀ ਡਿਗਨਿਟੀ ਨੂੰ ਉਹ ਵੇਚ ਕੇ ਆਇਆ ਸੀ। ਪੰਜਾਬ ਦੇ ਵਿੱਚ ਐਸੀ ਗੱਲ ਕਿਹੜੀ ਹੈ ਕਿ ਲਾਲ ਡੇਂਗਾ ਵਰਗੇ ਲੀਡਰ ਪੈਦਾ ਨਹੀਂ ਹੋ ਰਹੇ, ਜਾਂ ਫਿਰ ਪੰਜਾਬ ਨੂੰ ਹੁਣ ਤੱਕ ਜਿਹਨੇ ਵੀ ਲੀਡ ਕੀਤਾ ਉਹਨਾਂ 'ਚ ਕਮੀਆਂ ਕਿੱਥੇ ਰਹਿ ਗਈਆਂ, ਉਹਨਾਂ ਦੀ ਨੀਅਤ 'ਚ ਫਰਕ ਸੀ? ਪੰਜਾਬ 'ਚ 84 ਤੋਂ ਬਾਅਦ ਲੀਡਰਸ਼ਿਪ ਆਈ ਹੈ, ਉਹ ਸਰੈਂਡਰਡ ਥਾਟ ਆਈ ਹੈ। ਸਾਡੇ ਸਮਾਜ ਦੇ ਵਿੱਚ ਨੌਜਵਾਨੀ ਦੇ ਅੱਗੇ ਬੜੇ ਮਸਲੇ ਆ, ਚੁਣੌਤੀਆਂ ਪੂਰਨ ਆਉਂਦੇ ਆ। ਖਾਸ ਕਰਕੇ ਨੌਜਵਾਨੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਖਤਮ ਵੀ ਕੀਤਾ ਗਿਆ ਸਮੇਂ-ਸਮੇਂ ਤੇ। ਅੱਜ ਵੀ ਕਹਾਣੀ ਉਹ ਰੁਕੀ ਨਹੀਂ ਹੈ, ਉਹ ਕਿਸੇ ਵੀ ਰੂਪ ਦੇ ਵਿੱਚ ਬਿਮਾਰੀ ਹੈ ਜਿਹੜੀ ਉਹ ਨੌਜਵਾਨਾਂ ਦੇ ਆਲੇ ਦੁਆਲੇ ਘੁਮਾਈ ਜਾਂਦੀ ਹੈ, ਉਹਨਾਂ ਦੇ ਵਿੱਚ ਵਾੜੀ ਜਾਂਦੀ ਹੈ। ਉਹ ਬੇਰੁਜ਼ਗਾਰ ਬਣਾ ਕੇ ਰੱਖੀ ਜਾਵੇ ਜਾਂ ਹੋਰ ਸਾਰੀਆਂ ਤਮਾਮ ਚੀਜ਼ਾਂ ਹੋਣ, ਇਹ ਸਾਰੀਆਂ ਜੁੜ ਜਾਂਦੀਆਂ। ਇੱਕ ਮਸਲਾ ਜੱਗੀ ਜੌਲ ਦਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਾਲ ਰਚਿਆ ਜਾਂਦਾ ਹੈ, ਸਾਜ਼ਿਸ਼ ਰਚੀ ਜਾਂਦੀ ਹੈ, ਫਿਰ ਇਸ ਤਰ੍ਹਾਂ ਨੌਜਵਾਨਾਂ ਦੀਆਂ ਹੋਰ ਬਹੁਤ ਸਾਰੀਆਂ ਤਮਾਮ ਕਹਾਣੀਆਂ ਨੇ। ਇਸੇ ਸੰਦਰਭ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਕਿ ਨੌਜਵਾਨੀ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ, ਕਿਹੜੇ ਪਾਸੇ ਤੋਰਿਆ ਜਾਣਾ ਚਾਹੀਦਾ, ਇਸ ਦੇ ਵਿੱਚ ਸਰਕਾਰ ਦੀ ਭੂਮਿਕਾ ਕੀ ਬਣਦੀ ਹੈ, ਸਾਰੀਆਂ ਤਮਾਮ ਗੱਲਾਂ ਕਰਾਂਗੇ। ਖਾਸ ਕਰਕੇ ਸਿਆਸੀ ਧਿਰਾਂ ਦਾ, ਜਮਾਤਾਂ ਦਾ ਇਸ ਦੇ ਵਿੱਚ ਰੋਲ ਕੀ ਹੋਣਾ ਚਾਹੀਦਾ ਹੈ, ਇਸ ਮਸਲੇ 'ਤੇ ਗੱਲ ਕਰਾਂਗੇ। ਔਰ ਮੇਰੇ ਨਾਲ ਇੱਕ ਦੇਸ਼ ਦੇ ਸਾਡੇ ਇੱਕ ਅਜਿਹੇ ਖਿਡਾਰੀ ਵੀ ਨੇ ਔਰ ਅਜਿਹੇ ਸੂਝਵਾਨ ਉਹ ਬੰਦੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ ਔਰ ਇਹ ਵੀ ਦੱਸਿਆ ਕਿ ਖੇਤਰੀ ਪਾਰਟੀ ਦਾ ਰੋਲ ਕੀ ਹੋਣਾ ਚਾਹੀਦਾ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਮਸਲੇ 'ਤੇ ਵੀ ਬੋਲਦੇ ਰਹਿੰਦੇ ਨੇ। ਮੇਰੇ ਨਾਲ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਗਿੱਲ ਸਾਹਿਬ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਨਾਈਸ ਜੀ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਇਹ ਸਵਾਲ ਕਰੀਏ ਕਿ ਮੇਰਾ ਸਵਾਲ ਹੀ ਇੱਥੋਂ ਸ਼ੁਰੂ ਕਰਦੇ ਆ ਕਿ ਨੌਜਵਾਨੀ ਦੇ ਉੱਤੇ ਗੱਲਾਂ ਬਹੁਤ ਹੁੰਦੀਆਂ, ਨੌਜਵਾਨੀ ਨੂੰ ਵਰਤਿਆ ਵੀ ਜਾਂਦਾ ਹੈ, ਮਿਸਯੂਜ਼ ਵੀ ਹੁੰਦਾ ਹੈ, ਪਰ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਨਾ ਹੋਵੇ ਤਾਂ ਕਿਹੜੀਆਂ ਗੱਲਾਂ ਧਿਆਨ 'ਚ ਹੋਣੀਆਂ ਚਾਹੀਦੀਆਂ? ਜਿਹੜੀ ਨੌਜਵਾਨੀ ਹੈ ਨਾ ਇਹ ਇੱਕ ਜੋਸ਼ ਹੁੰਦਾ, ਐਗਜ਼ੂਬਰੈਂਸ ਹੁੰਦੀ ਹੈ। ਪਰ ਅੱਜ ਜਿਹੜੀ ਪੰਜਾਬ ਵਿੱਚ ਨੌਜਵਾਨੀ ਹੈ ਉਹਦੀ ਐਗਜ਼ੂਬਰੈਂਸ ਹੈਗੀ ਆ, ਜੋਸ਼ ਹੈਗਾ, ਪਰ ਉਹ ਖਾਲੀਪਨ ਆ। ਉਹ ਖਾਲੀਪਨ ਕਦੀ ਉਹ ਗੈਂਗਸਟਰਿਜ਼ਮ ਵੱਲ ਦੇਖਦੇ ਆ ਕਿ ਸ਼ਾਇਦ ਬਰਵਾਡੋ ਕਲਚਰ ਨਾਲ ਜੋ ਮੂਸੇ ਵਾਲਿਆ ਜਾਂ ਹੋਰ ਗਾਣੇ ਵਾਲਿਆਂ ਨੇ ਭਰਿਆ
कि साडी इस तरह की जमात नहीं, जद कि वो रियलिटी च है नहीं गा। वड्डियां कारां, वड्डियां गन्नां, मतलब कि लेडीज़ नाल फ्लर्ट करना, किसी नूं धक्के नाल अपने वस च करना, ये चीज़ां ने उन्हां नाल, उस चीज़ नाल उन्होंने एम्पटीनैस अपनी भरनी चाहिए। ये चीज़ां ने अपने विच सोसाइटी विच, नौजवानी विच एक खला पैदा करता, एक गैप लिआंदा। वो गैप जिहड़ा सीगा, इट हैज़ टेकन ए बहुत, उन्हें नैगेटिव परस्पैक्टिव लए ने। ਉਹਦਾ ਆਪਾਂ ਸੰਦਰਭ ਅੱਜ ਦੇਖ ਰਹੇ ਹਾਂ। ਕੁਛ ਆਪਣਾ ਨੌਜਵਾਨ, ਜੇ ਆਪਾਂ ਡਾਟੇ ਮੁਤਾਬਕ ਚੱਲੀਏ ਤਾਂ 51% ਪਲੱਸ ਜਿਹੜਾ ਯੂਥ ਆ ਉਹ ਡਰੱਗ ਅਡਿਕਟ ਆ। ਈਵਨ ਰਾਹੁਲ ਗਾਂਧੀ ਕਹਿ ਰਿਹਾ ਸੀ 70%, ਜਿਹੜਾ ਇੰਡੀਅਨ ਕਾਂਗਰਸ ਦਾ ਬਹੁਤ ਪ੍ਰੋਮੀਨੈਂਟ ਲੀਡਰ ਆ, ਉਹਨੂੰ ਦੂਜੇ ਲੀਡਰ ਕਹਿ ਰਹੇ ਕਿ ਗਲਤ ਕਹਿ ਰਿਹਾ। ਸਾਡੀ ਪੰਜਾਬੀ ਉੜਤਾ ਪੰਜਾਬ ਆਪਣੇ ਤੇ ਮੂਵੀ ਬਣੀ ਆ, ਉਹ ਦਿਖਾ ਰਹੀ ਆ ਕਿ ਆਪਣਾ ਪੰਜਾਬ ਕਿੱਥੇ ਉੱਡ ਰਿਹਾ। ਆਪਾਂ ਹਵਾ 'ਚ ਉੱਡ ਰਹੇ ਹਾਂ, ਪਰ ਆਪਣੇ ਕੋਲੇ ਕੋਈ ਲੀਕਾਂ ਹੈ ਨਹੀਂ ਕਿ ਜਿਹੜੀਆਂ ਆਪਾਂ ਨੂੰ ਜ਼ਮੀਨ 'ਤੇ ਰੱਖ ਸਕਣ। ਇਸ ਕਰਕੇ ਇਹ ਦੇਖਣਾ ਪਊਗਾ ਕਿ ਇੱਦਾਂ ਦਾ ਖਾਬ ਆ ਇਹ ਪੰਜਾਬ। ਇਹ ਕਹਿੰਦੇ ਕਿ ਇਹਨਾਂ ਨੇ ਮੈਨੂੰ ਤਾਂ ਮਾਰਿਆ, ਪਰ ਮੈਨੂੰ ਕਿਸ਼ਤਾਂ 'ਚ ਮਾਰਿਆ। ਮੈਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਖੰਜਰ ਕਿਵੇਂ ਬਦਲਿਆ ਅਤੇ ਕਿਵੇਂ ਕਾਤਲ ਬਦਲ ਗਿਆ। ਇੱਥੇ ਇਸ ਤਰ੍ਹਾਂ ਅੱਡ ਤਰੀਕੇ ਨਾਲ ਰੁਝਾਵਾਂ ਉੱਠੀਆਂ। ਇੰਡੀਅਨ ਸਟੇਟ ਦੇ ਨੈਰੇਟਿਵ ਨੇ ਸਾਨੂੰ ਪੰਜਾਬ ਨੂੰ ਇਸ ਤਰ੍ਹਾਂ ਉਲਝਾਇਆ। ਜੇ ਅੱਜ ਨਾਗਾਲੈਂਡ 'ਤੇ ਜਦੋਂ ਇਹਨਾਂ ਨੇ 2015 ਟ੍ਰੀਟੀ ਕੀਤੀ, ਇੰਡੀਅਨ ਗੌਰਮੈਂਟ ਨੇ ਇਹ ਮੰਨਿਆ ਅੰਡਰ ਦਾ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਿ 1832 ਤੱਕ ਨਾਗਾਲੈਂਡ ਇੱਕ ਇੰਡੀਪੈਂਡੈਂਟ ਪ੍ਰੋਵਿੰਸ ਸੀਗਾ, ਉਹਦੇ 'ਤੇ ਕਿਸੇ ਦਾ ਕਬਜ਼ਾ ਨਹੀਂ ਸੀ। 1832 ਵਿੱਚ ਬ੍ਰਿਟਿਸ਼ ਨੇ ਲਿਆ। ਅਸੀਂ ਉਸੇ ਮੁਤਾਬਕ ਹੁਣ ਇਹਨਾਂ ਨੇ ਡੀਲ ਕੀਤੀ, ਐਗਰੀਮੈਂਟ ਹੋਇਆ 2015 'ਚ, ਹਜੇ ਲਾਗੂ ਨਹੀਂ ਹੋਇਆ। ਉਹਦੇ 'ਚ ਮੰਨਿਆ ਗਿਆ ਕਿ ਸੋਵਰੈਂਟੀ ਨਾਗਾਸ ਦੀ ਅਸੀਂ ਮੰਨਾਂਗੇ। ਨਾਗਾਸ ਦੀ ਇਹ ਵੀ ਮੰਨਾਂਗੇ ਕਿ ਉਹਨਾਂ ਦਾ ਸੈਪਰੇਟ ਫਲੈਗ ਹੋਊਗਾ, ਉਹਨਾਂ ਦਾ ਆਪਣਾ ਕਨਸਟੀਟਿਊਸ਼ਨ ਹੋਊਗਾ, ਬਟ ਦੇ ਵਿਲ ਹੈਵ ਏ ਫਰੈਂਡਲੀ ਰਿਲੇਸ਼ਨਸ, ਇੰਟਰਡਿਪੈਂਡੈਂਸ ਵਿਦ ਇੰਡੀਅਨ। ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ, ਉਹਨਾਂ ਦੇ ਲੀਡਰ ਜੋ ਟੋਕੂ ਹੈਗਾ, ਉਹਨੇ ਕਿਹਾ ਵੀ ਅਸੀਂ ਮੰਨਾਂਗੇ ਇਹ ਗੱਲ, ਵੀ ਆਰ ਵਿਦ ਇੰਡੀਆ ਬਟ ਵੀ ਆਰ ਨਾਟ ਪਾਰਟ ਆਫ ਇੰਡੀਆ। ਉਹ ਤਾਂ 1832 ਦੀ ਗੱਲ ਕਰਦੇ, ਸਾਡਾ ਤਾਂ 1849 'ਚ ਪੰਜਾਬ ਦਾ ਰਾਜ ਗਿਆ। ਸਾਡੇ ਜਿਹੜੀ ਅੱਗੇ ਲੀਡਰਸ਼ਿਪ ਆਈ, ਕਦੀ ਉਹਨਾਂ ਨੂੰ ਟੋਕੂ ਵਾਂਗੂ ਸੋਚ ਆਈ ਨਹੀਂ ਆਈ। ਉਹਨਾਂ ਦੀ ਕੀ ਸੋਚ ਆਈ ਅਕਾਲੀ ਦਲ ਦੀ, ਜਾਂ ਜੋ ਚੀਫ ਖਾਲਸਾ ਦੀਵਾਨ, ਜੋ ਵਟ ਐਵਰ ਜੋ ਆਏ, ਉਹਨਾਂ ਦੀ ਕੀ ਸੋਚ ਆਈ ਵੀ ਗੁਰਦੁਆਰਿਆਂ ਦੇ ਗੋਲਕਾਂ 'ਤੇ ਕਬਜ਼ਾ ਕਰ। ਮੇਰਾ ਇੱਕ ਸਵਾਲ ਇਸ ਨਾਲ ਜੁੜਿਆ ਕਿ ਜਿਵੇਂ ਤੁਸੀਂ ਨਾਗਾਲੈਂਡ ਦੀ ਗੱਲ ਕੀਤੀ, ਇਸੇ ਤਰ੍ਹਾਂ ਮਿਜ਼ੋਰਮ ਸਟੇਟ ਹੈ ਜਿਹੜੀ ਆਪਣੇ ਆਪ ਦੇ ਵਿੱਚ ਅਧਿਕਾਰ ਵੱਖਰੇ ਰੱਖਦੀ ਆ। ਭਾਰਤੀ ਸਟੇਟ ਦੇ ਅੰਦਰ ਜੇਕਰ ਪੰਜਾਬ ਨੂੰ ਉਸੇ ਸੰਦਰਭ ਵਿੱਚ ਵੇਖਣਾ ਹੋਵੇ ਤੇ ਨੌਜਵਾਨੀ ਦੀ, ਜਿਵੇਂ ਅਸੀਂ ਗੱਲ ਸ਼ੁਰੂਆਤ 'ਚ ਕੀਤੀ ਕਿ ਖਲਾ ਬਹੁਤ ਹੈ, ਖੱਪਾ ਬਹੁਤ ਹੈ, ਉਹਨੂੰ ਪੂਰਾ ਕਰਨਾ ਹੈ, ਤਾਂ ਕੀ ਉਸ ਦਾ ਇੱਕ ਹੱਲ ਇਹ ਵੀ ਹੈ ਕਿ ਜਿਵੇਂ ਨਾਗਾਲੈਂਡ ਤੇ ਮਿਜ਼ੋਰਮ ਵਰਗੀਆਂ ਸਟੇਟਾਂ ਨੇ, ਸੂਬੇ ਨੇ, ਉਸੇ ਤਰ੍ਹਾਂ ਪੰਜਾਬ ਨੂੰ ਵੀ ਉਸੇ ਵਿੱਚੋਂ ਦੇਖਣਾ ਚਾਹੀਦਾ? ਮਿਜ਼ੋਰਮ ਦਾ ਜਦੋਂ ਰਾਜੀਵ ਲਾਂਗੋਵਾਲ ਅਕੋਰਡ ਹੋਇਆ ਸੀ, ਉਦੋਂ 1 ਸਾਲ ਬਾਅਦ ਲਾਲ ਡੇਂਗਾ ਜੋ ਲਿਬਰੇਸ਼ਨ ਮੂਵਮੈਂਟ ਦਾ ਲੀਡਰ ਸੀ, ਆਰਮਡ ਸਟਰਗਲ 'ਚੋਂ ਆਇਆ ਸੀ। ਅੱਜ ਵੀ ਇੱਕ ਆਰਮਡ ਸਟਰਗਲ ਵਿੱਚੋਂ ਨਿਕਲਿਆ ਹੋਇਆ ਕੋਲੰਬੀਆ ਇੱਕ ਮੁਲਕ ਆ, ਉਹਦਾ ਪ੍ਰੈਜ਼ੀਡੈਂਟ ਆ ਗਸਤਾਪੋ ਪੈਡਰੋ। ਉਹ ਗਰੀਲਾ ਰਿਹਾ। ਅੱਜ ਵੀ ਸ਼ੇ ਗਵੇਰਾ ਵਰਗੀ ਸਪਿਰਿਟ ਜਿੰਦਾ, ਜਿਨ੍ਹਾਂ ਨੇ ਕਿਊਬਾ ਲਿਬਰੇਟ ਕਰਾਇਆ ਸੀ, ਬਾਅਦ 'ਚੋਂ ਲੈਟਨ ਅਮਰੀਕਾ 'ਚ ਲਿਬਰੇਟ ਕਰਨਗੇ ਸੀ। ਉਸ ਤਰ੍ਹਾਂ ਦੀ ਸਪਿਰਿਟ ਦਾ ਸੀਗਾ ਲਾਲ ਡੇਂਗਾ ਜਿਹੜਾ ਲੀਡਰ ਸੀ। ਉਹਨੇ ਰਾਜੀਵ ਗਾਂਧੀ ਨਾਲ ਅਕੋਰਡ ਕੀਤਾ। ਉਹ ਅਕੋਰਡ ਦੀਆਂ 2 ਧਿਰਾਂ ਸੀ, 2 ਮੁੱਦੇ ਸੀ ਮੇਨ। ਇੱਕ ਸੀਗਾ ਕਿ ਜੋ ਵੀ ਇੰਡੀਅਨ ਪਾਰਲੀਮੈਂਟ ਕੋਈ ਕਾਨੂੰਨ ਬਣਾਊਗੀ, ਉਹ ਮਿਜ਼ੋਰਮ 'ਤੇ ਐਸ ਸੱਚ ਲਾਗੂ ਨਹੀਂ ਹੋਊਗਾ ਜਦ ਤੱਕ ਮਿਜ਼ੋਰਮ ਦੇ ਲੋਕ, ਮਿਜ਼ੋਰਮ ਦੀ ਅਸੈਂਬਲੀ, ਲੈਜਿਸਲੇਟਿਵ ਅਸੈਂਬਲੀ ਉਹਨੂੰ ਓਕੇ ਨਹੀਂ ਕਰੂਗੀ, ਉਹਨੂੰ ਯੈਸ ਨਹੀਂ ਕਰੂਗੀ। ਉਦੋਂ ਤੱਕ ਇੰਡੀਆ ਦਾ ਕੋਈ ਉੱਥੇ ਅਧਿਕਾਰ ਨਹੀਂ, ਉਹਨਾਂ ਦਾ ਆਪਣਾ ਰਹੂਗਾ, ਆਪਣੀ ਖੁਦ ਮੁਖਤਿਆਰੀ ਜਿੰਦਾ ਰਹੂ। ਦੂਜਾ, ਉਹਨਾਂ ਨੇ ਕਿਹਾ ਸੀ ਜੋ ਵੀ ਸਾਡੇ ਇੱਥੇ ਇੰਟਰਨਲ ਮਿਜ਼ੋਰਮ ਵਿੱਚ ਪ੍ਰੋਡਿਊਸ ਹੁੰਦੀ ਹੈ, ਚਾਹੇ ਐਗਰੀਕਲਚਰ ਆ, ਚਾਹੇ ਇੰਡਸਟਰੀਅਲ ਆ, ਸਾਨੂੰ ਹੱਕ ਹੈ, ਇਹ ਮੰਨੇ ਹੋਇਆ ਇੰਡੀਅਨ ਗੌਰਮੈਂਟ, ਸਾਈਨ ਹੋਏ ਹੋਏ ਆਰਗੂਮੈਂਟ, ਕਿ ਅਸੀਂ ਜਿੱਥੇ ਮਰਜ਼ੀ ਇਹਨੂੰ ਟਰੇਡ ਕਰ ਸਕੀਏ। ਉਹ ਭਾਵੇਂ ਚਾਈਨਾ 'ਚ ਕਰਨ, ਭਾਵੇਂ ਬੰਗਲਾਦੇਸ਼ 'ਚ ਕਰਨ, ਭਾਵੇਂ ਬਰਮਾ 'ਚ ਕਰਨ, ਭਾਵੇਂ ਪਾਕਿਸਤਾਨ 'ਚ ਕਰਨ, ਡਜ਼ਨਟ ਮੈਟਰ ਕਿ ਇੰਡੀਆ ਦੇ ਉਹਨਾਂ ਕੰਟਰੀਜ਼ ਨਾਲ ਚੰਗੇ ਰਿਲੇਸ਼ਨ ਹੈਗੇ ਆ ਜਾਂ ਨਹੀਂ ਹੈਗੇ। ਇਹ ਹੱਕ
ਜਦੋਂ ਕਿਸਾਨ ਲੀਡਰ ਜਿਹੜੇ ਆਪਣੇ ਆਪ ਨੂੰ ਬਹੁਤ ਸੂਝਵਾਨ ਮੰਨਦੇ ਨੇ, ਕੀ ਇਹਨਾਂ ਨੇ ਇਹ ਹੱਕ ਪੜ੍ਹੇ ਨਹੀਂ ਸੀ? ਆਪਾਂ ਕਹਿੰਦੇ ਫਾਰਮੂਲਾਸ, ਮੈਂ ਤਾਂ ਕਹਿੰਦਾ ਲੈ ਕੇ ਆਓ, ਲਿਆਓ ਕਾਰਪੋਰੇਟ, ਸਾਡਾ ਐਗਰੀਕਲਚਰ ਨੂੰ ਚੰਗਾ ਕਰੋ, ਪਰ ਸਾਡੇ ਕੋਲੇ ਮੀਜ਼ੋਰਾਮ ਵਰਗੇ ਹੱਕ ਦਿਓ, ਕਿ ਸਾਨੂੰ ਉਹ ਮਰਜ਼ੀ ਦਿਓ ਕਿ ਸਾਡੇ ਵੈਸਟਰਨ ਬਾਰਡਰਸ ਖੁੱਲ੍ਹਣ, ਅਸੀਂ ਵੈਸਟ ਏਸ਼ੀਆ ਵਿੱਚ, ਅਸੀਂ ਅਰਬ ਵਰਲਡ ਵਿੱਚ, ਅਸੀਂ ਪਾਕਿਸਤਾਨ, ਅਸੀਂ ਅਫਗਾਨਿਸਤਾਨ, ਅਸੀਂ ਈਰਾਨ, ਇਰਾਕ ਤੱਕ ਆਪਣਾ ਪ੍ਰੋਡਿਊਸ ਵੇਚ ਸਕੀਏ। ਸਾਡੀ ਉਹ 5 ਗੁਣਾ, ਕਈ ਗੁਣਾ ਜ਼ਿਆਦਾ ਜਾ ਕੇ ਪ੍ਰੋਡਿਊਸ ਵੇਚਦੀ ਹੈ। ਸਾਡੇ ਕੈਟਲ ਨੇ, ਸਾਡੇ ਇੱਥੇ ਬੱਚੇ ਨੇ, ਸਾਡੇ ਕੱਟੇ ਨੇ, ਸਾਡੇ ਹੁੰਦੇ ਆ ਮੇਲ ਐਨੀਮਲਸ ਨੇ, ਉਹਨਾਂ ਨੂੰ ਜਿਹੜੇ ਫਾਰਮ ਜਿਹੜੇ ਹੈਗੇ ਨੇ ਫਾਰਮਰਸ ਨੇ, ਉਹ ਛੱਡ ਦਿੰਦੇ ਆ ਵੀ ਅਸੀਂ ਇਹਨਾਂ ਤੋਂ ਕੀ ਕਰਾਉਣਾ, ਕਿਉਂਕਿ ਹੁਣ ਬਲਦਾਂ ਦੀ ਖੇਤੀ ਤਾਂ ਹੈ ਨਹੀਂ। ਉਹ ਸੜਕਾਂ 'ਤੇ ਆ ਕੇ ਮਿਹਨਤ ਹੁੰਦੀ ਆ, ਸਾਡੀ ਫਸਲਾਂ ਦਾ ਉਜਾੜਾ ਹੁੰਦਾ। ਪੰਜਾਬ ਦੇ ਵਿੱਚ ਐਸੀ ਗੱਲ ਕਿਹੜੀ ਹੈ ਕਿ ਲਾਲ ਡੇਂਗਾ ਵਰਗੇ ਲੀਡਰ ਪੈਦਾ ਨਹੀਂ ਹੋ ਰਹੇ, ਜਾਂ ਫਿਰ ਪੰਜਾਬ ਨੂੰ ਹੁਣ ਤੱਕ ਜਿਹਨੇ ਵੀ ਲੀਡ ਕੀਤਾ ਉਹਨਾਂ 'ਚ ਕਮੀਆਂ ਕਿੱਥੇ ਰਹਿ ਗਈਆਂ, ਉਹਨਾਂ ਦੀ ਨੀਅਤ 'ਚ ਫਰਕ ਸੀ? ਇਹ ਨਹੀਂ ਜ਼ਰੂਰੀ, ਕਿਉਂਕਿ ਜਿਹੜੀ ਪੰਜਾਬ 'ਚ 84 ਤੋਂ ਬਾਅਦ ਲੀਡਰਸ਼ਿਪ ਆਈ ਆ, ਉਹ ਸਰੈਂਡਰਡ ਥਾਟ ਆਈ ਆ। 84 ਵਿੱਚ ਲਾਈਨਾਂ 2 ਤੈਅ ਹੋ ਗਈਆਂ ਸੀ। ਇੱਕ ਪਾਸੇ ਸੰਤ ਸ਼ਹੀਦ ਜਰਨੈਲ ਸਿੰਘ ਭਿੰਡਰਾਂ ਦੀ ਥਾਟ ਸੀ, ਜਿਹੜੇ ਲੜੇ ਛਾਤੀ ਡਾਹ ਕੇ। ਮੇਰਾ ਇਹ ਜ਼ਰੂਰੀ ਨਹੀਂ ਕਿ ਮੈਂ ਐਂਡੋਰਸ ਕਰਦਾ ਜਾਂ ਨਹੀਂ ਕਰਦਾ। ਇੱਕ ਪਾਸੇ ਸੀ ਸੰਤ ਹਰਚੰਦ ਸਿੰਘ ਲੰਗੋਵਾਲ, ਜਿਨ੍ਹਾਂ ਨੂੰ ਇਹ ਆਪਣਾ ਸ਼ਹੀਦ ਮੰਨਦੇ ਆ, ਮੈਂ ਨਹੀਂ ਮੰਨਦਾ। ਕਿਉਂਕਿ ਜੇ ਆਪਾਂ ਸੰਦਰਭ 'ਚ ਦੇਖੀਏ, ਜੋ ਲੰਗੋਵਾਲ ਅਕੋਰਡ ਕਰਕੇ ਆਇਆ ਸੀ, ਉਹ ਪੰਜਾਬ ਦੀ ਅਣਖ ਨੂੰ, ਸਿੱਖ ਕੌਮ ਦੀ ਪ੍ਰਾਈਡ ਨੂੰ, ਉਹਨਾਂ ਦੀ ਡਿਗਨਿਟੀ ਨੂੰ ਉਹ ਵੇਚ ਕੇ ਆਇਆ ਸੀ। ਉਹ ਕਿਸ ਤਰੀਕੇ ਨਾਲ ਵੇਚਿਆ ਗਿਆ, ਥੋੜ੍ਹਾ ਖੁੱਲ੍ਹ ਕੇ ਸਮਝਾਇਓ। ਤੁਹਾਡੇ ਸਾਹਮਣੇ ਆ। ਆਪਣੇ ਪੰਜਾਬ ਨੂੰ ਜਦ ਉਸ ਟਾਈਮ 'ਤੇ ਪੀੜ ਸੀ, ਪਹਿਲੀ ਗੱਲ ਤਾਂ ਇਹ 84 ਦੀ ਸਰੈਂਡਰਡ ਥਾਟ ਸੀ। ਇਹ ਗੋਡੇ ਟੇਕ ਕੇ ਆਰਮੀ ਅੱਗੇ ਮੱਥੇ ਟੇਕ ਕੇ ਇਹਨਾਂ ਨੇ ਸਰੈਂਡਰ ਕੀਤਾ। ਦੂਜੇ ਪਾਸੇ ਆਪਣਾ ਅਕਾਲ ਤਖਤ ਸਾਹਿਬ ਢਹਿ ਰਿਹਾ ਸੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਤੁਹਾਡਾ ਕੀ ਫਰਜ਼ ਸੀਗਾ ਕਿ ਤੁਹਾਡਾ ਇਸ਼ਟ ਵੱਡਾ ਕਿ ਤੁਹਾਡਾ ਨਿੱਜ ਵੱਡਾ? ਇਹਨਾਂ ਲਈ ਇਹਨਾਂ ਦਾ ਨਿੱਜ ਵੱਡਾ ਸੀ। ਇਹਨਾਂ ਨੇ 3-3 ਪੁੱਟੀਆਂ ਕਿਰਪਾਨਾਂ ਤਾਂ ਚੱਕੀਆਂ ਹੋਈਆਂ ਸੀ। ਮੈਂ ਹੁਣ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਹਿਣਾ ਹੁੰਦਾ ਕਿ ਕਿਰਪਾਨ ਚੱਕ ਤਾਂ ਲਈ ਆ, ਕਿਰਪਾਨ ਦੀ ਅਹਿਮੀਅਤ ਸਮਝ ਲਓ। ਕਦੀ ਕਿਰਪਾਨ ਚਲਾਈ ਆ ਅਸੀਂ, ਕਿਰਪਾਨ ਕਦੀ ਚੱਕੀ ਨਹੀਂ। ਮੈਂ ਕੜਾ ਕਦੀ ਪਾਉਂਦਾ ਨਹੀਂ, ਪਰ ਜਦੋਂ ਲੋੜ ਸੀ, ਜੇ ਜੇਲ੍ਹਾਂ ਵਿੱਚ ਇਸ ਸਿੰਬਲਿਜ਼ਮ ਦਾ ਇਸ਼ੂ ਉੱਠਿਆ, ਚਾਹੇ ਉਹ ਨਿਊਯਾਰਕ ਵਿੱਚ ਉੱਠਿਆ, ਮੈਂ ਉੱਥੇ ਬਕਾਇਦਾ ਕਾਨੂੰਨੀ ਤੌਰ 'ਤੇ ਕੜਾ ਪਾਉਂਦਾ ਸੀ। ਉਸ ਤੋਂ ਬਾਅਦ ਜਦੋਂ ਮੈਂ ਨਿਊਯਾਰਕ 'ਚੋਂ ਆਉਣ ਲੱਗਿਆ ਤਾਂ ਮੇਰੇ ਤੋਂ ਕਿਸੇ ਸਿੱਖ, ਜਿਹੜਾ ਮੇਰਾ ਲਾਸਟ ਵਿਜ਼ਟਰ ਸੀਗਾ, ਉਹਨੇ ਕਿਹਾ ਸੀ ਸਾਨੂੰ ਕੋਈ ਨਿਸ਼ਾਨੀ ਛੱਡ ਦਿਓ। ਮੈਂ ਆਪਣਾ ਕੜਾ ਲਾ ਕੇ ਉਹਨੂੰ ਦੇਤਾ ਸੀ। ਉਸ ਤੋਂ ਬਾਅਦ ਮੈਂ ਕਦੀ ਕੜਾ ਪਾਇਆ। ਮੈਂ ਸਿੰਬਲਿਜ਼ਮ ਦੀ ਸਿਆਸਤ ਨਹੀਂ ਕਰਦਾ, ਮੈਂ ਕਰਦਾ ਹੈਗਾ ਆਪਣੇ ਵਰਡਸ ਦੀ ਸਿਆਸਤ, ਆਪਣੇ ਵਿਚਾਰਾਂ ਦੀ ਸਿਆਸਤ, ਜਿਹਦੇ ਤੋਂ ਆਪਣੀ ਪੰਥਕ ਲੀਡਰਸ਼ਿਪ ਨੇ 85 ਵਿੱਚ ਵਿਚਾਰ ਛੱਡ ਕੇ ਆਪਣਾ ਨਿੱਜ ਦੇਖਿਆ। ਉਹ ਸਰੈਂਡਰਡ ਥਾਟ ਨੇ 1985 ਦਾ ਅਕੋਰਡ ਕੀਤਾ, ਜਿਹਨੇ ਕਿ ਆਪਾਂ ਨੂੰ ਸਦੀਆਂ ਲਈ ਇਸ ਇੰਡੀਅਨ ਨੈਸ਼ਨਲਿਜ਼ਮ ਦਾ ਗੁਲਾਮ ਬਣਾਤਾ। ਜਿਹੜੀ ਤੁਸੀਂ ਗੱਲ ਕੀਤੀ ਹੈ ਆਪਣੇ ਆਪ 'ਚ ਬੜੀ ਅਹਿਮੀਅਤ ਰੱਖਦੀ ਹੈ ਕਿ ਸਿੰਬਲ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਸਿੰਬਲ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ। ਤੁਹਾਨੂੰ ਲੱਗਦਾ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਐਲਾਨ ਕਰਦੇ ਨੇ ਕਿ ਸਾਰਿਆਂ ਦੇ ਕੋਲ ਹਥਿਆਰ ਹੋਣੇ ਚਾਹੀਦੇ, ਹਥਿਆਰਾਂ ਦੀ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਕਕਾਰਾਂ ਦਾ ਮਹੱਤਵ ਸਮਝਣਾ ਚਾਹੀਦਾ, ਪਰ ਤੁਹਾਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਤੋਂ ਲੈ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਦਾਅਵਾ ਕਰਦੀ ਹੈ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹਾਂ, ਇਸ ਤੋਂ ਬਿਨਾਂ ਤਾਂ ਧਰਮ ਔਰ ਸਿਆਸਤ ਹੈ ਜਿਹੜੀ ਹੋ ਹੀ ਨਹੀਂ ਸਕਦੀ, ਤੁਹਾਨੂੰ ਲੱਗਦਾ ਕਿ ਉਹਨਾਂ ਨੇ ਵੀ ਇਸ ਅਹਿਮੀਅਤ ਨੂੰ ਸਮਝਿਆ ਜਾਂ ਫਿਰ ਉਹ ਇਸ 'ਤੇ ਸਿਆਸਤ ਹੀ ਸਿਰਫ ਕਰ ਸਕੇ ਹੁਣ ਤੱਕ? ਜੇ ਨਾਗਾ ਲੀਡਰਸ਼ਿਪ ਨੇ ਜਦੋਂ ਇੰਡੀਆ ਨਾਲ ਉਹ ਨੈਗੋਸ਼ੀਏਸ਼ਨ 'ਚ ਪਏ, ਜੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਇਹ ਮਨਾਤਾ ਸੀ ਵੀ 1832 ਤੱਕ ਇੰਡੀਆ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾਗਾਲੈਂਡ। ਬ੍ਰਿਟਿਸ਼ ਇੰਪੀਰੀਅਲਿਸਟ ਪਾਵਰ ਨੇ ਨਾਗਾਲੈਂਡ 'ਤੇ ਕਬਜ਼ਾ ਕੀਤਾ। ਉਹਨਾਂ ਨੇ ਕਿਹਾ ਇਸ ਲਈ ਤੁਹਾਡਾ ਕੋਈ ਦਾਵਾ ਹੀ ਹੈ ਨਹੀਂਗਾ ਨਾਗਾਲੈਂਡ 'ਤੇ, ਸਾਡਾ ਆਪਣਾ ਫਲੈਗ ਹੋਊਗਾ, ਸਾਡਾ ਕਨਸਟੀਟਿਊਸ਼ਨ ਹੋਊਗਾ। ਇਹ ਐਗਰੀਮੈਂਟ ਹੋ ਚੁੱਕਿਆ, ਲਾਗੂ ਨਹੀਂ ਹਜੇ ਹੋਇਆ। ਉਸ ਬਾਰੇ ਟੋਕੋ ਜਿਹੜਾ ਹੁਣ ਉਹਨਾਂ ਦਾ ਲੀਡਰ ਆ, ਉਹ ਇਸ਼ੂ ਉਠਾ ਰਿਹਾ, ਅਖਬਾਰਾਂ 'ਚ ਵੀ ਆ ਰਿਹਾ। ਕੀ ਆਪਣੇ 1849 ਭੁੱਲ ਗਏ? ਕੀ ਆਪਣੇ ਆਸਰੋ ਪਿੰਡ 'ਚ ਖੜਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਝੰਡਾ ਭੁੱਲ ਗਏ ਜਿਹਦੇ 'ਤੇ ਲਿਖਿਆ ਹੋਇਆ ਸਰਕਾਰੇ ਖਾਲਸਾ ਅਕਾਲ ਸਹਾਇ? ਇਹਨਾਂ ਨੇ ਉਹ ਝੰਡਾ ਵਸਾਰਿਆ, ਇਹਨਾਂ ਨੇ ਉਹ ਝੰਡਾ 1985 'ਚ ਵਸਾਰਿਆ। ਜਦੋਂ ਤੁਹਾਡਾ ਇਸ਼ਟ ਹੀ ਢਹਿ ਗਿਆ, ਤੁਹਾਡੇ ਪੱਲੇ ਕੀ ਰਹਿ ਗਿਆ?
ਧਰਤੀ ਨਹੀਂ ਮੈਟਰ ਕਰਦੀ ਹੁੰਦੀ, ਤੁਹਾਡਾ ਇਸ਼ਟ ਹੁੰਦਾ, ਤੁਹਾਡੀਆਂ ਭਾਵਨਾਵਾਂ ਹੁੰਦੀਆਂ। ਜਦੋਂ ਉਹਨਾਂ ਨੇ ਸਾਡੀਆਂ ਭਾਵਨਾਵਾਂ ਹੀ ਰੋਲਤੀਆਂ ਇੰਡੀਅਨ ਆਰਮੀ ਨੇ, ਇੰਡੀਅਨ ਗਵਰਨਮੈਂਟ ਨੇ, ਕਿ ਜਦੋਂ ਰਾਜੀਵ ਨਾਲ ਇਹ ਸਮਝੌਤਾ ਕਰਨ ਗਏ, ਕਿ ਇਹਨਾਂ ਨੇ ਕਦੀ ਕਿਹਾ ਵੀ ਪਹਿਲੇ ਇਹ ਕਹੋ ਕਿ ਸਾਡੇ ਤੋਂ ਗਲਤ ਹੋਇਆ? ਉਹੀ ਰਾਜੀਵ ਗਾਂਧੀ ਕਹਿੰਦਾ ਸੀ ਕਿ ਜਦੋਂ ਦਰਖਤ ਡਿੱਗਦਾ ਤਾਂ ਫਿਰ ਉਹਦੇ ਨਾਲ ਧਰਤੀ ਹਿਲਦੀ ਆ, ਫਿਰ ਧਰਤੀ ਅਸੀਂ ਹਿਲਾਈ ਵੀ ਆ, ਇਹਨਾਂ ਦੇ ਘਰਾਂ 'ਚ ਜਾ ਕੇ ਹਿਲਾਈ ਆ। ਨਹੀਂ, ਸਾਨੂੰ ਆਪਣੇ ਕੈਰੀਅਰ ਛੱਡਣੇ ਪਿਆ, ਆਪਣੇ ਸੁੱਖ ਆਰਾਮ ਛੱਡਣੇ ਪਿਆ। ਮੈਂ ਇੱਦਾਂ ਦੇ ਘਰਾਂ 'ਚ ਪਲਿਆ ਕਿ ਜਿੱਥੇ ਮੈਨੂੰ ਆਪਣੀ ਜੁੱਤੀ ਵੀ ਚੱਕ ਕੇ ਕਿਤੇ ਰੱਖਣੀ ਨਹੀਂ ਸੀ ਪੈਂਦੀ, ਮੈਂ ਭਗਾ ਕੇ ਮਾਰਦਾ ਹੁੰਦਾ ਸੀ। ਪਰ ਜਦੋਂ ਮੇਰੇ 'ਤੇ ਜ਼ਿੰਮੇਵਾਰੀ ਪਈ ਆ, ਅਸੀਂ ਨਿਭਾਈ ਆ। ਅੱਜ ਤੱਕ ਕੋਈ ਕੁਐਸਚਨ ਕਰਦੇ ਮੋਰੈਲਿਟੀ ਦੇ ਕਿਸੇ ਤਰ੍ਹਾਂ ਦਾ, ਬਾਕੀ ਮੇਰੀ ਆਪਣੀ ਨਿੱਜੀ ਜ਼ਿੰਦਗੀ ਆ, ਉਹ ਮੇਰਾ ਆਪਣਾ ਸਵਾਲ ਆ। ਪਰ ਜਿੱਥੋਂ ਤੱਕ ਸਟਰਗਲ ਦਾ ਸਵਾਲ ਆ, ਅੱਜ ਤੱਕ ਕਹਿ ਦੇ ਜੇ ਪੱਗ ਦਾ ਸਵਾਲ ਆਇਆ ਨਿਊਯਾਰਕ ਜੇਲ੍ਹ 'ਚ ਤਾਂ ਠੋਕ ਕੇ ਪੱਗ ਬੰਨੀ ਆ। ਅੱਜ ਤੱਕ ਹੁਣ ਵੀ ਜਾ ਕੇ ਅਮਰੀਕਨ ਜੇਲ੍ਹ ਚੈੱਕ ਕਰ ਲੈਣ, ਸਿੱਖਾਂ ਨੂੰ ਪੱਗ ਬੰਨਣ ਨਹੀਂ ਦਿੰਦੇ। ਜੇ ਕੋਰਟ 'ਚ ਜਾਣਾ ਸੀ ਤਾਂ ਅਸੀਂ ਕਿਹਾ ਸੀ ਤੁਹਾਡੀ ਯੂਨੀਫਾਰਮ ਨਹੀਂ ਪਾ ਕੇ ਜਾਣਾ, ਅਸੀਂ ਆਪਣੇ ਕੱਪੜੇ ਪਾ ਕੇ ਜਾਵਾਂਗੇ। ਉਹਨਾਂ ਨੂੰ ਮੰਨਣਾ ਪਿਆ ਸੀ। ਇਹ ਵਿਚਾਰਾਂ ਦੀ ਲੜਾਈ ਸੀ, ਇੱਥੇ ਸਿੰਬਲਿਜ਼ਮ ਦੀ ਲੜਾਈ ਨਹੀਂ, ਵਿਚਾਰਾਂ ਦੀ ਲੜਾਈ ਆ। ਇਹੀ ਲੜਾਈ ਮੈਂ ਤਿਹਾੜ ਜੇਲ੍ਹ 'ਚ ਆ ਕੇ ਵੀ ਜਿੱਤੀ ਆ। ਮੈਂ ਇਹੀ ਆਪਣੀ ਨੌਜਵਾਨੀ ਨੂੰ ਕਹੂੰਗਾ ਕਿ ਐਵੇਂ ਜਿਹੜੇ ਕੰਡੇ ਤੁਹਾਡੇ ਲਈ ਬੀਜਦੇ ਫਿਰਦੇ ਨੇ ਅੱਜ ਪੰਜਾਬ 'ਚ, ਕਿ ਤੁਹਾਨੂੰ ਹਥਿਆਰਾਂ ਦੀ ਲਿਓੜ ਦਿਖਾ ਰਹੇ ਨੇ, ਇਹ ਤੁਹਾਡਾ ਹੱਲ ਨਹੀਂ ਹੈਗਾ। ਨਾ ਤੁਹਾਨੂੰ ਹਥਿਆਰਾਂ ਵਾਲੇ ਗੀਤ ਤੁਹਾਡਾ ਲਿਓੜ ਆ, ਤੁਹਾਡਾ ਗੀਤ, ਤੁਹਾਡਾ ਵਿਚਾਰ ਉਹ ਹੈਗਾ ਜੋ ਤੁਹਾਨੂੰ ਸੰਜਮ ਬਖਸ਼ੇ, ਜੋ ਤੁਹਾਨੂੰ ਪੜ੍ਹਾਈ ਬਖਸ਼ੇ, ਜੋ ਤੁਹਾਨੂੰ ਨੌਲੇਜ ਬਖਸ਼ੇ। ਪੜ੍ਹਾਈ ਕੀ ਆ? ਇੱਕ ਸਿੱਖਿਅਤ ਹੋਣਾ ਸਮਾਜ ਆ। ਮੈਂ ਨਹੀਂ ਮੰਨਦਾ ਕਿ ਡਿਗਰੀਆਂ ਨਾਲ ਤੁਸੀਂ ਸਿੱਖਿਅਤ ਹੋ ਜਾਓਗੇ। ਤੁਹਾਨੂੰ ਸਿੱਖਿਅਤ ਹੋਣ ਲਈ ਸਮਝ ਉਤਪੰਨ ਕਰਨੀ ਪੈਣੀ ਆ। ਉਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਆ ਕਿ ਤੁਸੀਂ ਉਹਨੂੰ ਕਿਵੇਂ ਡਿਵੈਲਪ ਕਰਨਾ। ਤੁਸੀਂ ਸਿਧਾਂਤਾਂ ਤੇ ਵਿਚਾਰਾਂ ਦੀ ਲੜਾਈ ਦੀ ਗੱਲ ਕੀਤੀ ਹੈ ਕਿ ਆਪਣੇ ਆਪ ਦੀ ਦੱਸਿਆ ਕਿ ਕਿਸ ਤਰੀਕੇ ਨਾਲ ਅੜਨਾ ਹੁੰਦਾ ਸੀ, ਅੜੇ, ਜੁਰਤ ਰੱਖੀ ਔਰ ਠੋਕ ਕੇ ਆਪਣੀ ਗੱਲ ਕਹੀ। ਜਿੱਥੇ ਸਿੰਬਲ ਦੀ ਲੜਾਈ ਸੀ, ਸਿੰਬਲ ਦੇ ਲਈ ਵੀ ਅਸੀਂ ਖੜੇ। ਪਰ ਜਿਹੜੀ ਅੱਜ ਦੀ ਸੁਸਾਇਟੀ ਹੈ, ਇਸ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਸਿਆਸਤ ਬਹੁਤ ਹੁੰਦੀ ਹੈ, ਨੌਜਵਾਨੀ ਇਸ ਦੇ ਵਿੱਚ ਵਰਤੀ ਜਾ ਰਹੀ ਹੈ। ਉਹਨਾਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਫਿਰ ਬਚਣਾ ਹੋਵੇ ਤਾਂ ਨੌਜਵਾਨਾਂ ਨੂੰ ਫਿਰ ਜਾਣਾ ਕਿਹੜੇ ਪਾਸੇ ਹੈ? ਕਿਉਂਕਿ ਉਹਨਾਂ ਨੂੰ ਪਸੰਦ ਆਉਂਦੀਆਂ ਇਹ ਚੀਜ਼ਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ, ਵੇਚੀਆਂ ਜਾ ਰਹੀਆਂ। ਫਿਰ ਨੌਜਵਾਨਾਂ ਦਾ ਵਿੱਚ ਤਾਂ ਕਸੂਰ ਨਹੀਂ ਹੈ। ਜੇ ਕਸੂਰ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਕਰਨਾ ਕੀ ਲੋੜਦਾ? ਮੈਂ ਨੌਜਵਾਨੀ ਦਾ ਕਸੂਰ ਨਹੀਂ ਮੰਨਦਾ। ਮੈਂ ਪਹਿਲੇ ਵੀ ਕਿਹਾ ਵੀ ਨੌਜਵਾਨੀ ਵਿੱਚ ਐਗਜ਼ੂਬਰੈਂਸ ਹੈਗੀ ਆ, ਅਬਾਰ ਹੈਗਾ, ਪਰ ਉਹਦੇ 'ਚ ਖਾਲੀਪਨ ਆ। ਉਹ ਖਾਲੀਪਨ ਭਰਨਾ ਕਿਹਨੇ ਆ? ਸਮਾਜ ਦੇ ਪਹਿਲੂ ਨੇ। ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਹੂੰਗਾ, ਮੈਂ SGPC ਦੇ ਪ੍ਰੈਜ਼ੀਡੈਂਟ ਨੂੰ ਕਹੂੰਗਾ, ਮੈਂ ਤਾਂ ਸਿੱਖ ਕੌਮ ਨੂੰ ਹੀ ਅਪੀਲ ਕਰ ਸਕਦਾ ਨਾ ਬਈ ਉਹਨਾਂ ਨੂੰ ਨੌਜਵਾਨਾਂ ਦੇ ਨਾਲ ਡਾਇਲਾਗ ਕਰਨਾ ਚਾਹੀਦਾ। ਉਹਨਾਂ ਨੂੰ ਉਸ ਤਰ੍ਹਾਂ ਦੇ ਬੰਦੇ ਭੇਜਣੇ ਚਾਹੀਦੇ ਪਿੰਡਾਂ ਵਿੱਚ, ਉਹਨਾਂ ਨੂੰ ਸ਼ਹਿਰਾਂ ਵਿੱਚ ਭੇਜਣਾ ਚਾਹੀਦਾ। ਮੈਂ ਆਰਟੀਕਲ ਲਿਖਿਆ ਸੀ ਬਹੁਤ ਚਿਰ ਪਹਿਲੇ ਕਿ ਲਾਈਫਲੈਸ ਵਿਲੇਜਸ, ਕਿ ਆਪਣੇ ਵਿਲੇਜ ਜਿਹੜੇ ਆ ਜਿੰਦਾ ਹੋ ਕੇ ਵੀ ਮੁਰਦੇ ਆ। ਉੱਥੇ ਸ਼ਾਮ ਨੂੰ ਕੁਛ ਵੀ ਨਹੀਂ, 5 ਵਜੇ ਤੋਂ ਬਾਅਦ ਤੁਸੀਂ ਪਿੰਡ 'ਚ ਚੱਲ ਜਾਓ, ਉੱਥੇ ਕਿਹੜਾ ਕੋਈ ਕਲੱਬ ਆ, ਉੱਥੇ ਕਿਹੜਾ ਕੋਈ ਰੈਸਟੋਰੈਂਟ ਆ, ਉੱਥੇ ਕਿਹੜਾ ਕੋਈ ਸਿਨੇਮੇ ਬਣੇ ਆ ਜਾਂ ਨੇੜੇ ਤੇੜੇ ਬਣੇ ਹੋਣ ਕਿ ਜਿੱਥੇ ਉਹ ਆਪਣੀ ਸ਼ਾਮ ਜਾਂ ਗੁਰਦੁਆਰਿਆਂ ਵਿੱਚ ਇੱਦਾਂ ਦੇ ਪ੍ਰਚਾਰ ਹੋ ਰਹੇ ਹੋਣ, ਕੋਈ ਉਹਨਾਂ ਦਾ ਕਥਾਵਾਚਕ ਹੋਵੇ, ਕੋਈ ਇੱਦਾਂ ਦਾ ਕੀਰਤਨ ਹੋ ਰਿਹਾ ਹੋਵੇ ਜਿਹਨੂੰ ਉਹ ਸੁਣ ਜਾ ਸਕਣ। ਸਾਡੇ ਪਿੰਡ ਸੁੰਨੇ ਹੋ ਗਏ ਪੰਜਾਬ ਦੇ, ਕਿਉਂਕਿ ਸਾਡੀ ਜਿਹੜੀ SGPC ਜਿਹੜੀ ਆਪਣੇ ਆਪ ਨੂੰ ਅਲੰਬਰਦਾਰ ਕਹਿੰਦੀ ਆ ਸਿੱਖ ਕੌਮ ਦੀ, ਉਹ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਏ। ਮੈਂ ਪਿੰਡ ਦੇਖਿਆ ਰਾਤ ਨੂੰ ਸੁੰਨੇ ਹੁੰਦੇ ਆ। ਉਹ ਸੁੰਨੇਪਨ ਦੇ ਵਿੱਚ ਲੋਕਾਂ ਨੇ ਹਨੇਰੇ ਹੀ ਲੱਭਣੇ ਆ, ਚਾਨਣ ਕਿਉਂਕਿ ਗਵਾਚ ਗਿਆ। ਜਿਹੜਾ ਇਹ ਚਾਨਣ ਦੀ ਗੱਲ ਹੈ ਕਿ ਚਾਨਣ ਗਵਾਚਿਆ, ਹਨੇਰਾ ਹੀ ਹਨੇਰਾ ਛਾਇਆ ਪਿਆ। ਹਨੇਰੇ 'ਚ ਚਾਨਣ ਵਾਲੇ ਪਾਸੇ ਉਮੀਦ ਵੀ ਵੱਜੀ ਰਹਿੰਦੀ ਹੈ। ਤੁਹਾਡੇ ਅੱਗੇ ਬਹੁਤ ਸਾਰੇ ਹੋਰ ਸੱਜਣ ਵੀ ਹੋਣਗੇ ਜਿਨ੍ਹਾਂ ਨੇ ਆਪਣੇ ਆਪ ਦਾ ਸਮਾਂ ਜਿਹੜਾ ਜ਼ਿੰਦਗੀ ਦਾ ਕੀਮਤੀ ਦੇ ਦਿੱਤਾ ਕਿ ਅਸੀਂ ਕਲੈਕਟਿਵ ਲੜਾਈ ਲਈ ਲੜਨਾ, ਸਿਧਾਂਤਾਂ ਲਈ ਲੜਨਾ। ਪਰ ਜਿਹੜੇ ਕਹਿੰਦੇ ਆ ਕਿ ਅਸੀਂ ਸਿਧਾਂਤਾਂ ਲਈ ਲੜ ਰਹੇ ਹਾਂ, ਦਾਅਵਾ ਕਰਦੇ ਆ, ਹਾਲਾਂਕਿ ਅਸਲ ਦੇ ਵਿੱਚ ਹੈ ਨਹੀਂ, ਅਮਲ ਦੇ ਵਿੱਚ ਹੈ ਨਹੀਂ। ਫਿਰ ਉਹ ਚੀਜ਼ ਤੋਂ ਬਚਣਾ ਕਿਵੇਂ? ਸਵਾਲ ਫਿਰ ਉੱਥੇ ਆ ਜਾਂਦਾ ਕਿ ਜਿਨ੍ਹਾਂ ਨੇ ਲੀਡ ਕਰਨਾ ਹੈ ਉਹ ਤਾਂ ਕਰਪਟ ਹੋ ਗਏ ਉਸ ਮਸਲੇ ਦੇ ਵਿੱਚ। ਫਿਰ ਲੀਡਰ ਪੈਦਾ ਕਿਵੇਂ ਹੋਣਗੇ ਜੇ ਉਹ ਹੀ ਨਹੀਂ ਅੱਗੇ ਰਾਹ ਦੇਣਗੇ? ਇਹ ਜਿਹੜੇ ਨੌਜਵਾਨੀ ਹੈਗੀ ਆ ਉਹਨੂੰ ਇਹ ਗੁੰਮਰਾਹ ਕਰ ਰਹੇ ਨੇ। ਮੈਂ ਇਹ ਕਿਹਾ ਸੀ ਵੀ ਕੰਡੇ ਨਾ ਬੀਜੋ ਸਾਡੇ ਰਾਹਾਂ 'ਤੇ, ਇਹ ਕੰਡੇ ਬੀਜ ਰਹੇ ਨੇ। ਕਦੀ ਪਹਾੜਿਆਂ ਦੇ ਟੱਟੂਆਂ ਨਾਲ ਕਦੀ ਰੈਵੋਲੂਸ਼ਨ ਨਹੀਂ ਆਉਂਦੇ ਹੁੰਦੇ। ਜੇ ਇਹਨਾਂ ਨੇ ਰੈਵੋਲੂਸ਼ਨ ਬਾਰੇ ਸਿੱਖਣਾ ਤਾਂ ਕੋਲੰਬੀਆ ਦੇ ਪ੍ਰੈਜ਼ੀਡੈਂਟ ਦੀ ਹਿਸਟਰੀ ਪੜ੍ਹ ਲੈਣ। ਜਿਹੜਾ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਆ ਇਹ ਪੜ੍ਹ ਲੈਣ ਹਿਸਟਰੀ। ਚਿਲੀ ਦਾ ਜਿਹੜਾ ਹੁਣ ਗੋਰਿਕ
ਜੇ ਇੱਕ ਸਟੂਡੈਂਟ ਲੀਡਰ ਉੱਥੋਂ ਦਾ ਪ੍ਰੈਜ਼ੀਡੈਂਟ ਬਣਿਆ, ਉਹਨੇ ਪਬਲਿਕਲੀ ਇੱਕ ਰੈਫਰੈਂਡਮ ਕਰਾ ਰਿਹਾ ਕਿ ਉੱਥੇ ਮਿਲਟਰੀ ਰੂਲ ਰਿਹਾ ਬਹੁਤ ਚਿਰ, ਉੱਥੇ ਬਹੁਤ ਜ਼ੁਲਮ ਹੋਇਆ ਚਿੱਲੀ ਦੇ ਵਿੱਚ, ਸਪੋਰਟਡ ਬਾਈ US ਗਵਰਨਮੈਂਟ। ਉਹਨੇ ਰੈਫਰੈਂਡਮ ਕਰਾ ਰਿਹਾ ਕਿ ਆਪਾਂ ਨਵਾਂ ਕਨਸਟੀਟਿਊਸ਼ਨ ਇੱਦਾਂ ਦਾ ਲਿਖਣਾ ਕਿ ਜਿਹਦੇ ਵਿੱਚ ਲੋਕਾਂ ਨੂੰ ਜਦੋਂ ਇਲੈਕਸ਼ਨਾਂ ਹੋਣ ਇਹ ਨਾ ਲੱਗੇ ਕਿ ਅਸੀਂ ਸਿਰਫ ਇੱਕ ਦਿਖਾਵੇ ਲਈ ਵੋਟ ਪਾ ਰਹੇ ਹਾਂ, ਪਤਾ ਨਹੀਂ ਸਾਡਾ ਕੱਲ੍ਹ ਨੂੰ ਗਵਰਨੈਂਸ ਵਿੱਚ ਰੂਲ ਹੋਣਾ ਕਿ ਨਹੀਂ ਹੋਣਾ। ਉਹ ਇਹ ਲੋਕਾਂ ਨੂੰ ਵਿਸ਼ਵਾਸ ਦਿਵਾ ਰਿਹਾ ਕਿ ਜੇ ਤੁਸੀਂ ਵੋਟ ਪਾਓਗੇ ਇਹ ਤੁਹਾਡੀ ਗਵਰਨਮੈਂਟ ਹੋਊਗੀ, ਤੁਹਾਡਾ ਪੂਰੀ ਤਰ੍ਹਾਂ ਹੱਕ ਹੋਊਗਾ। ਕਿਉਂਕਿ ਆਪਣੇ ਇੰਡੀਆ ਵਿੱਚ ਜਿੱਥੇ ਇੰਡੀਆ ਦਾ ਜੋ ਪੋਲੀਟੀਕਲ ਸਿਸਟਮ ਆ, ਇੱਥੇ ਪਰਮੂਟੇਸ਼ਨਸ ਅਤੇ ਕੰਬੀਨੇਸ਼ਨ ਦਾ ਸਿਸਟਮ ਆ। ਇੱਥੇ ਸਿਰਫ ਇੱਕ ਮਾਰਕੀਟ ਆ ਨੰਬਰਾਂ ਦੀ, ਉਹ ਨੰਬਰਾਂ ਨੂੰ ਕਿਵੇਂ ਪਰਮੂਟੇਸ਼ਨ ਅਤੇ ਕੰਬੀਨੇਸ਼ਨ ਨਾਲ ਘੁਮਾਉਣਾ ਅਤੇ ਆਪਣੇ ਆਪ ਨੂੰ ਪਾਵਰ 'ਚ ਰੱਖਣਾ। ਜਦੋਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ, ਪਹਿਲੇ ਇਹ ਕਿਹਾ ਜਾਂਦਾ ਕਿ ਤੁਹਾਡੀ ਵੋਟ ਪੈ ਗਈ, ਤੁਸੀਂ ਗਵਰਨਮੈਂਟ ਬਣ ਗਏ। ਜਦੋਂ ਵੋਟ ਪੈ ਜਾਂਦੀ ਹੈ ਲੋਕਾਂ ਨੂੰ ਮੁੜ ਕੇ ਗਵਰਨਮੈਂਟ ਲੱਭਦੀ। ਤੁਹਾਡੇ ਸਾਹਮਣੇ ਆ ਕਿ ਆਪਾਂ ਨੂੰ ਮੁਹੱਲਾ ਕਲੀਨਿਕ ਸੇ ਸਰਜਰੀ ਆ, ਮੈਂ ਕਹਿੰਦਾ ਵੈਲਕਮ। ਪਰ ਪਹਿਲੇ ਜਿਹੜੇ ਮੁਕਤਸਰ ਵਰਗੇ ਜਿੱਥੇ ਐਡੇ ਐਡੇ ਵੱਡੇ ਹੌਸਪੀਟਲ ਬਣੇ ਹੋਏ ਆ, ਉੱਥੇ 6-6 ਮਹੀਨਿਆਂ ਤੋਂ ਪਲੇਟਲੈਟ ਕਾਊਂਟ ਦੀਆਂ ਮਸ਼ੀਨਾਂ ਪਈਆਂ ਨੇ। ਅਬੋਰ ਉੱਥੇ ਬਲੱਡ ਟਰਾਂਸਫਿਊਜ਼ਨ ਆਫਿਸਰ ਹੈ ਨਹੀਂ। ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸੁਪਰ ਸਪੈਸ਼ਲਿਟੀ ਡਾਕਟਰਸ ਹਨ। 2003 ਤੋਂ ਆਪਣੇ ਗਵਰਨਮੈਂਟ ਜਿਹੜੇ ਕਾਲਜਸ ਨੇ ਐਜੂਕੇਸ਼ਨ ਦੇ, ਉਹਦੇ 'ਚ ਭਰਤੀ ਨਹੀਂ ਹੋਈ। ਆਪਣੇ ਪ੍ਰਿੰਸੀਪਲਸ ਦੀਆਂ ਗਵਰਨਮੈਂਟ ਕਾਲਜ ਦੇ ਪੋਸਟ ਵੇਕੈਂਟ ਪਈਆਂ ਨੇ। 62 ਕਾਲਜਸ ਨੇ ਗਵਰਨਮੈਂਟ ਕਾਲਜ, ਉਹਦੇ ਵਿੱਚ ਲਾਇਬ੍ਰੇਰੀਅਨਸ ਹੈ ਨਹੀਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਪਸ਼ਨ ਦੇ ਐਮਬੈਜ਼ਲਮੈਂਟ ਦੇ ਚਾਰਜਸ ਚੱਲ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅੰਡਰ ਸਕੈਨਰ ਆ। ਆਪਾਂ ਕਿਸ ਤਰ੍ਹਾਂ ਦੀ ਨੌਜਵਾਨੀ ਨੂੰ ਆਪਾਂ ਸੇਧ ਦੇ ਰਹੇ ਹਾਂ। ਆਪਣੇ ਜਾਲੀ ਡਿਗਰੀਆਂ ਨਾਲ ਲੋਕੀ ਪ੍ਰੋਫੈਸਰ ਲੱਗੇ ਹੋਏ, ਫੇਕ ਡਿਗਰੀਜ਼, ਕਾਸਟ ਦੀਆਂ ਡਿਗਰੀਆਂ ਲੈ ਕੇ ਆ ਰਹੇ ਆ। ਆਪਾਂ ਕਿਸ ਤਰ੍ਹਾਂ ਦਾ ਪੰਜਾਬ ਸਿਰਜ ਰਹੇ। ਇਹ ਕਹਿ ਰਹੇ ਆ ਕਿ ਸਵਰਾਜ ਆ। ਅੱਜ ਅੰਨਾ ਹਜ਼ਾਰੇ ਦਾ ਵੀ ਬਿਆਨ ਆ ਰਿਹਾ ਕਿ ਮੇਰੀ ਜ਼ਿੰਦਗੀ ਦੀ ਸਾਰਿਆਂ ਨਾਲੋਂ ਵੱਡੀ ਭੁੱਲ ਆ ਕਿ ਮੈਂ ਕੇਜਰੀਵਾਲ ਨੂੰ ਸਟੇਜ 'ਤੇ ਲਿਆ। ਸੋ ਦੈਟ ਸ਼ੋਜ਼ ਕਿ ਜਿਹਨੂੰ ਪੰਜਾਬ ਦੀ ਗਵਰਨਮੈਂਟ ਅੱਜ ਆਪਣਾ ਸੁਪਰੀਮੋ ਮੰਨ ਰਹੀ ਆ, ਆਪਣਾ ਗੋਡ ਮੰਨ ਰਹੀ ਆ, ਰੱਬ ਵਾਂਗੂ ਪੂਜ ਰਹੀ ਆ ਉਹਨੂੰ, ਉਹ ਤਿਰੰਗੇ ਯਾਤਰਾ ਕਰ ਰਹੇ ਨੇ। ਉਹਦੇ ਬਾਰੇ ਫਿਰ ਅੰਨਾ ਹਜ਼ਾਰੇ ਬਾਰੇ ਦਾ ਬਿਆਨ ਵੀ ਜਿਹੜਾ ਗੌਰ ਨਾਲ ਸੁਣ ਲਿਆ ਜਾਵੇ। ਮੇਰਾ ਇੱਕ ਆਖਰੀ ਸਵਾਲ ਹੈ ਪੰਜਾਬ ਗਵਰਨਮੈਂਟ ਨੂੰ ਲੈ ਕੇ ਕਿ ਪੰਜਾਬ ਸਰਕਾਰ ਦੀ ਫਿਰ ਭੂਮਿਕਾ ਹੋਣੀ ਕੀ ਚਾਹੀਦੀ ਹੈ ਜੇ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ ਤਾਂ? ਮੇਰਾ ਖਿਆਲ ਭਗਵੰਤ ਮਾਨ ਕਿਸਾਨ ਦਾ ਪੁੱਤ ਆ। ਇਹ ਵੱਟਾਂ 'ਤੇ ਪਲਿਆ, ਇਹਨੂੰ ਆਪਣੀਆਂ ਵੱਟਾਂ ਪਛਾਣਨੀਆਂ ਚਾਹੀਦੀਆਂ। ਮੇਰੇ ਨਾਲ ਵੀ ਇਹ ਵੱਟਾਂ 'ਤੇ ਬਹਿੰਦਾ ਰਿਹਾ, ਇਹਨੂੰ ਉਹ ਵੱਟਾਂ ਪਛਾਣਨੀਆਂ ਚਾਹੀਦੀਆਂ ਨੇ। ਇਹਨਾਂ ਨੂੰ ਰਾਘਵ ਚੱਡੇ ਵਰਗੇ ਜਾਂ ਦਿੱਲੀ ਦੇ ਜਿਹੜੇ ਹੋਰ ਸੰਜੇ ਸਿੰਘ ਵਰਗੇ ਨੇ। ਸੰਜੇ ਸਿੰਘ ਦੀ ਆਪ ਦੀ ਘਰ ਵਾਲੀ ਜਿਹੜੀ ਉਹਦੀ ਸੈਕੰਡ ਵਾਈਫ ਆ, ਮੈਨੂੰ ਨਹੀਂ ਪਤਾ ਉਹਨੇ ਫਸਟ ਵਾਈਫ ਨਾਲ ਡਿਵੋਰਸ ਲਿਆ ਕਿ ਨਹੀਂ, ਨਿਸ਼ਾ ਸਿੰਘ ਅੱਜ 7 ਸਾਲ ਦੀ ਸਜ਼ਾ ਭੁਗਤ ਰਹੀ ਆ ਦਿੱਲੀ ਦੀ ਤਿਹਾੜ ਜੇਲ੍ਹ 'ਚ। ਕਿਉਂ ਭੁਗਤ ਰਹੀ ਆ? ਫॉर ਕ੍ਰਿਮੀਨਲ ਹੇਟਰੇਡ ਕੰਪੇਨ ਚਲਾਉਣ ਲਈ। ਰਿਕਾਰਡਡ ਸਟੇਟਮੈਂਟਸ ਨੇ, ਉਹਦੇ ਕਰਕੇ ਉਹ ਕਨਵਿਕਟ ਹੋਈ ਆ। ਇੱਕ ਚੰਗੇ ਸਕੂਲਾਂ ਦੀ ਪੜ੍ਹੀ, ਚੰਗੇ ਕਾਲਜਸ ਦੀ ਪੜ੍ਹੀ ਮਨੀਸ਼ ਸਿਸੋਦੀਆ ਜਿਹਨੂੰ ਇਹ ਅੱਜ ਕਹਿ ਰਹੇ ਨੇ ਕਿ ਉਹਨੂੰ ਭਾਰਤ ਰਤਨਾ ਮਿਲਣਾ ਚਾਹੀਦਾ, ਉਹਦਾ ਨਿਊਯਾਰਕ ਟਾਈਮ 'ਚ ਪ੍ਰਚਾਰ ਕਰ ਰਹੇ ਆ, ਉਹਦੀ ਉਹ ਐਡਵਾਈਜ਼ਰ ਰਹੀ ਆ। ਜੇ ਜਿਨ੍ਹਾਂ ਦੇ ਐਡਵਾਈਜ਼ਰ ਜੇਲ੍ਹ 'ਚ ਨੇ, ਜਿਨ੍ਹਾਂ ਦੇ ਆਪ ਦੇ ਜੇਲ੍ਹ ਮੰਤਰੀ ਜੇਲ੍ਹ 'ਚ ਨੇ, ਜਿਨ੍ਹਾਂ ਦੀ ਜੇਲ੍ਹ ਵਿੱਚੋਂ ਇਹ ਕੌਨਸਪੀਰੇਸੀਜ਼ ਰਚੀਆਂ ਗਈਆਂ ਕਿ ਮੂਸੇ ਵਾਲੇ ਵਰਗੇ ਨੂੰ ਕਤਲ ਕਰ ਦਿੱਤਾ ਗਿਆ, ਉਸ ਜੇਲ੍ਹ ਦੇ ਪ੍ਰਸ਼ਾਸਨ, ਉਸ ਦਿੱਲੀ ਦੇ ਮਾਡਲ ਬਾਰੇ ਮੇਰਾ ਖਿਆਲ ਭਗਵੰਤ ਮਾਨ ਨੂੰ ਸਟੱਡੀ ਕਰਨਾ ਚਾਹੀਦਾ। ਜੇ ਜੇਲ੍ਹਾਂ ਵਿੱਚੋਂ ਸਾਡਾ ਪੰਜਾਬ ਨੂੰ ਮਾਰਿਆ ਜਾ ਸਕਦਾ ਤਾਂ ਫਿਰ ਸੋਚਣਾ ਚਾਹੀਦਾ। ਮੈਂ ਉਹ ਜੇਲ੍ਹਾਂ 'ਚ ਰਿਹਾ ਕਿ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਜੇਲ੍ਹਾਂ 'ਚ ਉਹ ਇੱਦਾਂ ਦਾ ਸੋਚ ਸਕੇ। ਇਸੇ ਤੇ ਇੱਕ ਸਵਾਲ ਜੁੜਿਆ ਹੋਇਆ ਕਿ ਤਿਹਾੜ ਜੇਲ੍ਹ ਦੀ ਜਦੋਂ ਗੱਲ ਚੱਲਦੀ ਹੈ, ਜਿੱਥੇ ਤੁਸੀਂ ਵੀ ਰਹੇ ਹੋ, ਉਹ ਕਦੇ ਕਹਿ ਦਿੱਤਾ ਜਾਂਦਾ ਹੈ ਕਿ ਉਹਦਾ ਰੋਲ ਕੇਂਦਰ ਨੇ ਦੇਖਣਾ ਹੈ, ਕੇਂਦਰ ਨੇ ਸਾਰਾ ਕੁਝ ਚਲਾਇਆ। ਕੋਈ ਕਹਿ ਦਿੰਦਾ ਕਿ ਕੇਜਰੀਵਾਲ ਦੇ ਕੋਲ ਵੀ ਇਖਤਿਆਰ ਨੇ। ਤੁਸੀਂ ਕੀ ਸਮਝਦੇ ਹੋ ਕਿ ਕੀ ਇਹ ਗੱਲ ਦੁਚਿੱਤੀ ਵਿੱਚ ਕਿਉਂ ਪੈ ਜਾਂਦੇ ਆ ਲੋਕ ਜਦੋਂ ਇਸ ਸਿਆਸਤ ਹੁੰਦੀ ਹੈ ਕਿ ਤਿਹਾੜ ਜੇਲ੍ਹ ਤਾਂ ਕੇਂਦਰ ਦੀ ਹੈ, ਤਿਹਾੜ ਜੇਲ੍ਹ ਤਾਂ ਅਮਿਤ ਸ਼ਾਹ ਨੇ ਦੇਖਣੀ ਹੈ। ਕੋਈ ਕਹਿੰਦਾ ਕਿ ਤਿਹਾੜ ਜੇਲ੍ਹ ਦੀ ਜ਼ਿੰਮੇਵਾਰੀ ਵੀ ਕੇਜਰੀਵਾਲ ਦੀ ਹੈ। ਇਹ ਬਿਲਕੁਲ ਝੂਠਾ ਪ੍ਰੋਪੇਗੈਂਡਾ, ਕਿਉਂਕਿ ਜਿਹੜੀ ਪੰਜਾਬ ਸਰਕਾਰ ਵੀ ਆ, ਮੈਂ ਦਿੱਲੀ ਸਰਕਾਰ ਤੇ ਬਾਅਦ 'ਚ ਜਾਣਾ, ਜਿਹੜੀ ਅਰਵਿੰਦ ਕੇਜਰੀਵਾਲ ਦੀ ਸਰਕਾਰ, ਇਹ 2.5 ਲੱਖ ਰੁਪਇਆ ਹਰ ਘੰਟੇ
ਐਡਵਰਟਾਈਜ਼ਮੈਂਟ ਤੇ ਵਰਤ ਰਹੀ ਹੈ। ਅੱਜ ਵੀ ਮੈਂ ਦੇਖ ਰਿਹਾ ਸੀ ਅਜੀਤ ਅਖਬਾਰ 'ਚ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਸੀ। ਜੇ ਤੁਸੀਂ ਕੋਈ ਚੰਗਾ ਕਰ ਰਹੇ ਆ, ਮੈਂ ਵੀ ਟੈਕਸ ਦਿੰਦਾ, ਸਾਡੇ ਟੈਕਸ ਪੇਅਰਸ ਦੇ ਮਨੀ ਤੁਸੀਂ ਐਡ ਆਉਣੇ, ਤੁਸੀਂ ਕੋਈ ਸਾਡੇ ਤੇ ਆਸਾਨ ਕਰ ਰਹੇ ਆ, ਆਸਾਨ ਕਰਕੇ ਸਾਨੂੰ ਦਰਸਾ ਰਹੇ ਆ ਲੋਕਾਂ ਨੂੰ ਕਿ ਅਸੀਂ ਆਹ ਵੀ ਕਰਤਾ, ਆਹ ਵੀ ਕਰਤਾ। ਤੁਹਾਡੇ MLAs ਦੇ ਮੋਰੈਲਿਟੀ ਦੇ ਇਸ਼ੂ ਉੱਠ ਰਹੇ ਨੇ, ਮੋਰਲ ਇਸ਼ੂਜ਼ ਉੱਠ ਰਹੇ ਨੇ। ਤੁਹਾਡੇ ਮਿਨਿਸਟਰਸ ਨੂੰ ਤੁਸੀਂ ਆਪ ਕਰਪਸ਼ਨ 'ਚ ਫੜਿਆ। ਇਹ ਠੀਕ ਆ ਕਿ ਤੁਸੀਂ ਜਦੋਂ ਪੰਜਾਬ 'ਚ ਕੋਈ ਮਿਆਰ ਉਠਾਉਣੇ ਆ ਉਹ ਡਿਫਰੈਂਟ ਆ, ਪਰ ਜਦੋਂ ਇਹ ਮਿਆਰ CBI ਤੁਹਾਡੇ ਮਿਨਿਸਟਰਸ ਤੇ ਦਿੱਲੀ 'ਚ ਉਠਾਉਂਦੀ ਆ, ਉਦੋਂ ਤੁਸੀਂ ਕਹਿੰਦੇ ਆ ਕਿ ਇਹ ਗਲਤ ਆ। ਇਹਨਾਂ ਨੂੰ ਸਗੋਂ ਭਾਰਤ ਰਤਨਾ ਮਿਲਣਾ ਚਾਹੀਦਾ। ਮੇਰਾ ਖਿਆਲ ਹੈ ਸੋਚ ਲੈਣਾ ਚਾਹੀਦਾ। ਅੰਨਾ ਹਜ਼ਾਰੇ ਦੀ ਜਿਹੜੀ ਸਟੇਟਮੈਂਟ ਅੱਜ ਵਾਲੀ ਉਹ ਪੜ੍ਹ ਲੈਣੀ ਚਾਹੀਦੀ ਭਗਵੰਤ ਮਾਨ ਨੂੰ, ਅਰਵਿੰਦ ਕੇਜਰੀਵਾਲ ਨੂੰ ਵੀ ਪੜ੍ਹ ਲੈਣੀ ਚਾਹੀਦੀ ਆ। ਜੋ ਇਹ ਕਹਿ ਰਹੇ ਨੇ ਕਿ ਦਿੱਲੀ ਤਿਹਾੜ ਜੇਲ੍ਹ ਦਾ ਮਸਲਾ, ਦਿੱਲੀ ਤਿਹਾੜ ਜੇਲ੍ਹ ਅੰਡਰ ਦਾ ਲਾਅ ਇਜ਼ ਅੰਡਰ ਦਾ ਡਾਇਰੈਕਟ ਕੰਟਰੋਲ ਆਫ ਦਿੱਲੀ ਗਵਰਨਮੈਂਟ, ਅਰਵਿੰਦ ਕੇਜਰੀਵਾਲ। ਇਹਦੇ ਮਿਨਿਸਟਰ ਸਤਿੰਦਰ ਜੈਨ ਦੇ ਕੰਟਰੋਲ ਥੱਲੇ ਸੀ, ਜੋ ਕਿ ਆਪ ਹੁਣ ਖੁਦ ਉਸੇ ਜੇਲ੍ਹ 'ਚ ਬੰਦ ਆ। ਉਸ ਜੇਲ੍ਹ ਵਿੱਚ ਪਹਿਲੇ ਵੀ ਸਕੈਂਡਲਸ ਹੋਏ ਨੇ। ਚੰਦਰਾ ਸ਼ੇਖਰ ਰਾਓ ਇੱਕ ਮਨੀ ਸਵਿੰਗਰਰ ਜਿਹੜਾ ਕਰੁੱਕ ਸੀਗਾ, ਉਹਨੇ ਉੱਥੇ ਬਹਿ ਕੇ ਬਹੁਤ ਵੱਡਾ ਇੱਕ ਸਵਿੰਡਲ ਰਚਾਇਆ, ਜਿਹਦੇ ਰਾਹੀਂ ਉਹਨੇ 200 ਕਰੋੜ ਰੁਪਇਆ ਰੈਨ ਬੈਕਸੀ ਦੀ ਅਦਿੱਤੀ ਸਿੰਘ ਤੋਂ, ਜਿਹਦਾ ਘਰ ਵਾਲਾ ਜੇਲ੍ਹ 'ਚ ਆ, ਉਹਦੇ ਤੋਂ ਉਹਨੇ ਲਿਆ। ਇਹ ਇਹਨਾਂ ਦੀ ਨਿਗਾਹ ਥੱਲੇ ਹੋਇਆ। ਇਹਨਾਂ ਨੇ 6 ਮਹੀਨੇ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਨੇ ਉੱਥੇ ਰੇਡ ਨਹੀਂ ਹੋਣ ਦਿੱਤੀ। ਜੇ ਹੁਣ ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ, ਜੋ ਇਹਨਾਂ ਨੇ ਕੱਲ੍ਹ ਚਾਰਜਸ਼ੀਟ ਫਾਈਲ ਕੀਤੀ ਆ, ਕਿ ਇਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੈਠ ਕੇ ਕੌਂਸਪੀਰੇਸੀ ਰਚੀ ਗਈ ਆ। ਮੈਂ ਕੋਈ ਮੂਸੇ ਵਾਲੇ ਨੂੰ ਇੰਡੋਰਸ ਨਹੀਂ ਕਰਦਾ, ਉਹਨੇ ਵਾਇਲੈਂਸ ਦਾ ਕਲਚਰ ਵਰਤਿਆ, ਅਲਟੀਮੇਟਲੀ ਹੀ ਪੇਡ ਫॉर ਇਟ, ਨਹੀਂ, ਜੋ ਕਿ ਨਹੀਂ ਸੀ ਹੋਣਾ ਚਾਹੀਦਾ। ਅਨਫਾਰਚੂਨੇਟ ਇੰਸੀਡੈਂਟ ਹੋਇਆ। ਪਰ ਕੀ ਚੋਂ ਬਹਿ ਕੇ ਤੁਸੀਂ ਪੰਜਾਬ ਦੀ ਨੌਜਵਾਨੀ ਤੇ ਅਟੈਕ ਹੋ ਸਕਦਾ? ਇਹ ਸੀਰੀਅਸ ਕੁਐਸਚਨ। ਪਰ ਇਟ ਇਜ਼ ਅੰਡਰ ਦਾ ਡਾਇਰੈਕਟ ਕੰਟਰੋਲ ਆਫ ਦਿੱਲੀ ਗਵਰਨਮੈਂਟ। ਮੈਂ ਉਹ ਪ੍ਰੋਸੈਸ 'ਚੋਂ ਲੰਘਿਆ। ਜੇ ਮੇਰੀ ਰਿਲੀਜ਼ ਹੋਈ ਸੀ, ਕਮਿਊਟ ਹੋਇਆ ਸੀ, ਉਹ ਵੀ ਦਿੱਲੀ ਚੀਫ ਮਿਨਿਸਟਰ ਸ਼ੀਲਾ ਦੀਕਸ਼ਿਤ ਦੇ ਰਾਹੀਂ ਹੋਇਆ ਸੀ। ਬਹੁਤ ਸ਼ੁਕਰੀਆ, ਥੈਂਕ ਯੂ। ਇਹ ਸਨ ਸਾਡੇ ਨਾਲ ਰਣਜੀਤ ਸਿੰਘ ਕੋਕੀਗਿੱਲ, ਜਿਨ੍ਹਾਂ ਨੇ ਆਪਣੀ ਸਮਝ ਮੁਤਾਬਕ ਉਹ ਗੱਲਾਂ ਰੱਖੀਆਂ ਨੇ ਜਿਹੜੀਆਂ ਆਮ ਤੌਰ ਤੇ ਸੁਣਨ ਜਾਂ ਦੇਖਣ ਨੂੰ ਚਰਚਾ ਦਾ ਵਿਸ਼ੇ ਦੇ ਵਿੱਚ ਨਹੀਂ ਹੁੰਦੀਆਂ, ਪਰ ਇਸ ਦੇ ਵਿੱਚ ਪੰਜਾਬ ਦੀ ਖਾਸ ਕਰਕੇ ਨੌਜਵਾਨੀ ਨੂੰ ਇਹ ਮੋੜਾ ਕੱਟਣ ਦੀ ਜ਼ਰੂਰ ਲੋੜ ਹੈ ਕਿ ਉਹ ਵਰਤੇ ਕਿਵੇਂ ਜਾ ਰਹੇ ਨੇ, ਉਹਨਾਂ ਨੂੰ ਕਿਹੜੇ ਰਾਹ ਤੇ ਤੁਰਨਾ ਚਾਹੀਦਾ ਹੈ, ਔਰ ਜਿਹੜੇ ਆਪਣੀ ਅਣਖ ਦੀ ਖਾਤਰ ਜਾਂ ਆਪਣੇ ਸਿਧਾਂਤਾਂ ਦੇ ਨਾਮ ਦੇ ਉੱਤੇ ਲੜਦੇ ਨੇ, ਉਹਨਾਂ ਨੂੰ ਕੁਰਬਾਨ ਤਾਂ ਬਹੁਤ ਕੁਝ ਕਰਨਾ ਪੈਂਦਾ, ਪਰ ਦੂਜੇ ਪਾਸੇ ਉਹ ਗੁੰਮਰਾਹ ਹੋ ਕੇ ਉਸ ਪਾਸੇ ਨਹੀਂ ਚੱਲਣਗੇ, ਸਹੀ ਦਿਸ਼ਾ ਵੱਲ ਮੁੜਨਗੇ। ਔਰ ਸਰਕਾਰ ਦੀ ਇਸ ਦੇ ਵਿੱਚ ਭੂਮਿਕਾ ਕੀ ਹੈ ਜਾਂ ਖੇਤਰੀ ਪਾਰਟੀਆਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ, ਇਸ ਦੇ ਉੱਤੇ ਵੀ ਉਹਨਾਂ ਨੇ ਚਰਚਾ ਕੀਤੀ ਹੈ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।